ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬਿੱਤ ਗੁਰ ਸਿੱਖ ਸੰਧ ਮਿਲੇ, 20 ਇੱਕ ਈਸ ਈਸ। ਇਤ ਤੇ ਉਲੰਘ ਉਤ ਜਾਏ ਠਹਿਰਾਵਈ। ਚਰਮ ਦ੍ਰਿਸ਼ਟ ਮੁੰਦ ਵੇਖੈ ਦਿਵ ਦ੍ਰਿਸ਼ਟ ਕੈ। ਜਗਮਗ ਜੋਤ ਉਨ ਮਨੀ ਸੁਧ ਪਾਵਈ। ਸੁਰਤ ਸੰਕੋਚਤ ਹੀ ਬੱਜਰ ਕਪਾਟ ਖੋਲ। ਨਾਦ ਬਾਦ ਪਰੈ ਅਨਹਤ ਲਿਵ ਲਾਵਈ। ਬਚਨ ਵਿਸਿਰਜਤ ਅਨ ਰਸ ਰਹਿਤ ਹੋਏ। ਨਿਝਰ ਅਪਾਰ ਧਰ ਅਪਿਓ ਪੀਆਵਈ। ਬਚਨ ਵਿਸਰਜਿਤ ਅਨ ਰਸ ਰਹਿਤ ਹੋਏ। ਨਿਝਰ ਅਪਾਰ ਧਾਰ ਅਪਿਓ ਪੀਆਵਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਵੱਲੋਂ ਕਬਿੱਤ ਸਵਈਏ ਇਹਨਾਂ ਦੀ ਰਚਨਾ ਕੀਤੀ ਗਈ ਹੈ। 11 ਨੰਬਰ ਕਬਿੱਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਿੱਖ ਦਾ ਜਦੋਂ ਗੁਰੂ ਨਾਲ ਮਿਲਾਪ ਹੁੰਦਾ ਹੈ, ਜੋ ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਰਹਿਮਤ ਵਰਤਾਉਂਦਾ ਹੈ, ਅੰਦਰ ਜਿਹੜੀ ਖੇਡ ਵਰਤਦੀ ਹੈ, ਉਹਦਾ ਜ਼ਿਕਰ ਭਾਈ ਸਾਹਿਬ ਜੀ ਨੇ ਇਸ ਕਬਿੱਤ ਦੇ ਵਿੱਚ ਕੀਤਾ ਹੈ। ਜੋ ਕੁਝ ਭਾਈ ਸਾਹਿਬ ਜੀ ਨੇ ਇਹਨਾਂ 4 ਪੰਕਤੀਆਂ ਦੇ ਵਿੱਚ ਗੁਰੂ ਨਾਲ ਮਿਲਾਪ ਹੋਣ ਤੋਂ ਬਾਅਦ ਸਿੱਖ ਦੀ ਅਵਸਥਾ ਦੇ ਵਿੱਚ ਬਦਲਾਵ ਆਇਆ, ਉਹਦਾ ਜ਼ਿਕਰ ਕੀਤਾ। ਆਓ ਸਰਵਣ ਕਰੀਏ। ਗੁਰ ਸਿੱਖ ਸੰਧ ਮਿਲੇ, 20 ਇੱਕ ਈਸ ਈਸ। ਇਤ ਤੇ ਉਲੰਘ ਉਤ ਜਾਏ ਠਹਿਰਾਵਈ। ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਗੁਰੂ ਦੇ ਨਾਲ ਸਿੱਖ ਦਾ ਮਿਲਾਪ ਹੋਇਆ, ਗੁਰ ਸਿੱਖ ਸੰਧ ਮਿਲੇ। ਸੰਧ ਦਾ ਅਰਥ ਹੁੰਦਾ ਹੈ ਮਿਲਾਪ ਹੋਣਾ। ਮਿਲੇ ਦਾ ਅਰਥ ਵੀ ਮਿਲਾਪ ਹੀ ਹੈ, ਸੰਧ ਦਾ ਅਰਥ ਹੈ ਮਿਲਾਪ। ਭਾਈ ਸਾਹਿਬ ਜੀ ਕਹਿੰਦੇ, ਗੁਰੂ ਦਾ ਸਿੱਖ ਦੇ ਨਾਲ ਜਦੋਂ ਮਿਲਾਪ ਹੋਇਆ, ਜਾਂ ਇਉਂ ਕਹੀਏ ਸਿੱਖ ਦਾ ਗੁਰੂ ਦੇ ਨਾਲ ਜਦੋਂ ਮਿਲਾਪ ਹੋਇਆ, 20 ਇੱਕ ਈਸ ਈਸ। 20 ਦਾ ਅਰਥ ਹੈ 20। ਪੁਰਾਣੇ ਗੁਰਮੁਖ ਕਿਆ ਕਰਦੇ ਸੀ, ਸੰਸਾਰ 20 ਵਿਸ਼ੇ ਹੈ, ਪਰਮਾਤਮਾ ਇੱਕ ਵਿਸ਼ਾ ਹੈ। 20 ਵਿਸ਼ਿਆਂ ਨੂੰ ਲੰਘ ਕੇ 20, ਵੈਸੇ ਵਿਸ਼ੇ ਸ਼ਬਦ ਦਾ ਅਰਥ ਹੁੰਦਾ ਹੈ ਸੰਪੂਰਨ, ਪੱਕਾ, ਨਿਸ਼ਚੈ ਤੌਰ ਤੇ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਤਿਗੁਰੂ ਦੇ ਚਰਨਾਂ ਨਾਲ ਸਿੱਖ ਜੁੜਿਆ, ਸਿੱਖ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਦੇ ਕੋਲੋਂ ਨਾਮ ਦੀ ਦਾਤ ਲਈ, ਉਸ ਨਾਮ ਦਾ ਅਭਿਆਸ ਕੀਤਾ। ਗੁਰੂ ਦੀ ਕਿਰਪਾ ਦੇ ਨਾਲ ਉਸ ਨਾਮ ਦੀ ਕਮਾਈ ਕਰਕੇ, ਗੁਰ ਮੰਤਰ ਦੀ ਕਮਾਈ ਕਰਕੇ 20 ਭਾਵ ਇਸ ਸੰਸਾਰ ਨੂੰ ਲੰਘ ਕੇ ਇੱਕ ਈਸ ਈਸ, ਇੱਕ ਈਸ਼ਵਰ ਅਕਾਲ ਪੁਰਖ ਵਾਹਿਗੁਰੂ, ਉਸ ਦਾ ਰੂਪ ਹੋ ਗਿਆ, ਇੱਕ ਈਸ਼ਵਰ ਦੇ ਵਿੱਚ ਅਭੇਦ ਹੋ ਗਿਆ। ਭਾਈ ਸਾਹਿਬ ਜੀ ਕਹਿੰਦੇ, ਇਤ ਤੇ ਉਲੰਘ, ਇਸ ਸੰਸਾਰ ਦੇ ਝੰਬੇਲਿਆਂ ਨੂੰ ਪਾਰ ਕਰਕੇ, ਇਸ ਸੰਸਾਰ ਦੇ ਜਿਹੜੇ 3 ਗੁਣ ਨੇ ਮਾਇਆ ਦੇ, ਰਜ ਗੁਣ, ਤਮ ਗੁਣ, ਸਤ ਗੁਣ, ਇਹਨਾਂ ਨੂੰ ਲੰਘ ਕੇ, ਸੰਸਾਰਕ ਝੰਬੇਲਿਆਂ ਤੋਂ ਪਾਰ ਹੋ ਕੇ, ਭਾਈ ਸਾਹਿਬ ਜੀ ਕਹਿੰਦੇ ਉਤ ਜਾਏ ਠਹਿਰਾਵਈ। ਉਤ ਕਿੱਥੇ? ਜਿਹਨੂੰ 10 ਨੰਬਰ ਕਬਿੱਤ ਦੇ ਵਿੱਚ ਭਾਈ ਸਾਹਿਬ ਜੀ ਨੇ 10ਮ ਦਵਾਰ ਸ਼ਬਦ ਆਖਿਆ ਨਾ, ਜਿਹਦੇ ਬਾਰੇ ਅਸੀਂ ਪੜ੍ਹਿਆ ਸੀ ਕਿ 10ਮ ਦਵਾਰ ਕੈ, ਉਸ 10ਮ ਦਵਾਰ ਦੇ ਬਰਾਬਰ ਕੌਣ ਭਾਉਣ ਕਹੋ। ਭਾਈ ਸਾਹਿਬ ਜੀ ਕਹਿੰਦੇ ਉਹਦੀ ਬਰਾਬਰੀ ਕਰਨ ਵਾਲਾ ਕੋਈ ਸਥਾਨ ਨਹੀਂ। ਇਸੇ ਨੂੰ ਹੀ ਗੁਰਬਾਣੀ ਦੇ ਵਿੱਚ ਚੌਥਾ ਪਦ ਵੀ ਕਿਹਾ। ਇਸੇ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ, ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਘਰ ਉਹ ਘਰ ਜਿੱਥੇ ਆਵਾਗਾਉਣ ਖਤਮ ਹੋ ਜਾਂਦਾ ਹੈ, ਟਿਕਾ ਹੈ, ਜਿੱਥੇ ਸ਼ਾਂਤੀ ਹੈ, ਜਿੱਥੇ ਸਹਿਜਤਾ ਹੈ। ਇਸੇ ਨੂੰ ਹੀ ਗੁਰਬਾਣੀ ਦੇ ਵਿੱਚ ਨਿਜ ਘਰ ਵੀ ਆਖਿਆ। ਇਸੇ ਨੂੰ ਗੁਰਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਆਖਿਆ।
ਇਸੇ ਨੂੰ ਹੀ ਕਬੀਰ ਸਾਹਿਬ ਜੀ ਨੇ ਸੱਚਖੰਡ ਆਖਿਆ। ਸਾਧ ਸੰਗਤ ਸੱਚਖੰਡ ਹੈ, ਭਾਈ ਗੁਰਦਾਸ ਜੀ ਨੇ ਵੀ ਆਖਿਆ। ਇਸੇ ਨੂੰ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਦਾ ਨਾਮ ਦਿੱਤਾ ਹੈ। ਸੱਚਖੰਡ ਵਸੈ ਨਿਰੰਕਾਰ, ਜਿੱਥੇ ਅਕਾਲ ਪੁਰਖ ਦਾ ਵਾਸਾ ਹੈ। ਕਹਿਣ ਤੋਂ ਭਾਵ ਇਸ ਵੀ ਵਿਸੇ ਸੰਸਾਰ ਨੂੰ ਉਲੰਘ ਕੇ ਇੱਕ ਈਸ਼ਵਰ ਦੇ ਵਿੱਚ ਅਭੇਦਤਾ ਹੋ ਗਈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਤ ਜਾਏ ਠਹਿਰਾਵਈ, ਉਸ ਅਕਾਲ ਪੁਰਖ ਦੇ ਮੰਡਲ ਦਸਮ ਦਵਾਰ ਦੇ ਵਿੱਚ ਜਾ ਕੇ ਸਿੱਖ ਦੀ ਜਿਹੜੀ ਸੁਰਤ ਸੀ ਉਹ ਟਿਕ ਗਈ। ਨਿਜ ਘਰ ਦੇ ਵਿੱਚ ਜਾ ਕੇ ਸੁਰਤ ਜਿਹੜੀ ਸੀ ਉਹਨੇ ਆਪਣਾ ਸਥਾਨ ਪ੍ਰਾਪਤ ਕਰ ਲਿਆ। ਉੱਥੇ ਜਾ ਕੇ ਸੁਰਤ ਨੂੰ ਟਿਕਾਣਾ ਮਿਲ ਗਿਆ, ਉੱਥੇ ਜਾ ਕੇ ਸੁਰਤ ਟਿਕ ਗਈ ਹੈ। ਭਾਈ ਸਾਹਿਬ ਜੀ ਕਹਿੰਦੇ ਚਰਮ ਦ੍ਰਿਸ਼ਟ ਮੁੰਦ ਹੋਇਆ ਕਿ ਜਦੋਂ ਗੁਰੂ ਦੇ ਚਰਨਾਂ ਵਿੱਚ ਸਿੱਖ ਆਇਆ, ਉਸ ਵੇਲੇ ਸਿੱਖ ਦੀ ਦ੍ਰਿਸ਼ਟੀ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਸੰਸਾਰ ਦੇ ਜਿਹੜੇ ਰੰਗ ਤਮਾਸ਼ੇ ਸੀ ਉਹਨਾਂ ਨੂੰ ਤੱਕਦੀ ਸੀ। ਗੁਰੂ ਦੀ ਸ਼ਰਨ ਵਿੱਚ ਆਇਆ, ਸਤਿਗੁਰੂ ਨੇ ਸਿੱਖ ਨੂੰ ਆਖਿਆ, ਵੇਖ ਤੇਰੇ ਜਿਹੜੇ ਨੇਤਰ ਨੇ ਇਹਨਾਂ ਨੂੰ ਇੱਕ ਗੱਲ ਸਮਝਾ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਕਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਅਕਾਲ ਪੁਰਖ ਦੇ ਉਸ ਦਿਵ ਦ੍ਰਿਸ਼ਟ ਨੂੰ ਇਸ ਸੰਸਾਰ ਦੇ ਵਿੱਚੋਂ ਤੱਕਣਾ ਕਰੋ। ਭਾਈ ਸਾਹਿਬ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੇ ਨੇਤਰ ਨੇ ਚਮ ਦ੍ਰਿਸ਼ਟੀ ਵੱਲੋਂ, ਚਰਮ ਦ੍ਰਿਸ਼ਟ ਜਿਹੜੀ ਸੰਸਾਰਕ ਦ੍ਰਿਸ਼ਟੀ ਸੀ, ਮਾਇਕੀ ਪਦਾਰਥਾਂ ਨੂੰ ਤੱਕ ਕੇ, ਸੰਸਾਰ ਦੀ ਸੁਹੱਪਣ ਨੂੰ ਤੱਕ ਕੇ ਇਹ ਨੇਤਰ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੁੰਦੇ ਸੀ। ਇਸ ਪਾਸਿਓਂ ਦ੍ਰਿਸ਼ਟ ਜਿਹੜੀ ਬੰਦ ਹੋ ਗਈ। ਇਹ ਵਿਸ਼ੇ ਵਿਕਾਰ ਵੇਖਣ ਵੱਲੋਂ ਦ੍ਰਿਸ਼ਟੀ ਜਿਹੜੀ ਸੀ ਉਹ ਮੁੰਦ ਕਹਿ ਲਈਏ ਬੰਦ ਹੋ ਗਈ। ਤੇ ਭਾਈ ਸਾਹਿਬ ਜੀ ਕਹਿੰਦੇ ਫਿਰ ਵੇਖੈ ਦਿਵ ਦ੍ਰਿਸ਼ਟ ਕੈ, ਫਿਰ ਅੰਦਰ ਦੇ ਨੇਤਰ ਖੁੱਲੇ। ਭਾਈ ਸਾਹਿਬ ਜੀ ਕਹਿੰਦੇ ਅੰਦਰੋਂ ਹਰ ਪਾਸੇ ਪ੍ਰਭੂ ਦਾ ਦੀਦਾਰ ਕਰਨ ਵਾਲੀ ਵਿਵੇਕ ਦ੍ਰਿਸ਼ਟੀ ਜਿਹੜੀ ਸੀ ਉਹ ਪ੍ਰਗਟ ਹੋਈ। ਹੁਣ ਹਰ ਪਾਸੇ ਅਕਾਲ ਪੁਰਖ ਹੀ ਨਜ਼ਰ ਆਉਂਦਾ, ਕਿ ਉਹ ਗੁਰੂ ਨੇ ਕਹਿ ਦਿੱਤਾ ਕਿ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਇਹ ਰੱਬ ਦਾ ਰੂਪ ਹੈ, ਸਾਰਾ ਸੰਸਾਰ ਅਕਾਲ ਪੁਰਖ ਦਾ ਆਪਣਾ ਰੂਪ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੰਸਾਰਕ ਮਾਇਕੀ ਪਦਾਰਥਾਂ ਵੱਲੋਂ ਚਮ ਦ੍ਰਿਸ਼ਟੀ ਨੂੰ ਬੰਦ ਕੀਤਾ। ਵੇਖੈ ਦਿਵ ਦ੍ਰਿਸ਼ਟ ਕੈ, ਕਹਿੰਦੇ ਅੰਦਰੋਂ ਦਿਵ ਦ੍ਰਿਸ਼ਟੀ ਪੈਦਾ ਹੋ ਗਈ। ਉਸ ਦਿਵ ਦ੍ਰਿਸ਼ਟੀ ਨੇ ਇੱਕ ਖੇਡ ਵਰਤਾ ਦਿੱਤੀ ਕਿ ਅੰਦਰੋਂ ਇੱਕ ਆਵਾਜ਼ ਆਉਣ ਲੱਗ ਪਈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਸਭ ਪਾਸੇ ਅਕਾਲ ਪੁਰਖ ਹੀ ਅਕਾਲ ਹੈ। ਭਾਈ ਸਾਹਿਬ ਜੀ ਕਹਿੰਦੇ ਜਗਮਗ ਜੋਤ ਉਨ ਮੰਨੀ ਸੁਧ ਪਾਵਈ। ਇਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਉੱਚੀ ਆਤਮਿਕ ਅਵਸਥਾ ਦੇ ਵਿੱਚ ਜਦੋਂ ਬੰਦਾ ਵਿਚਰਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਉੱਚੀ ਤੇ ਜਗਮਗਾਂਦੀ ਜੋਤ ਹੈ, ਸਦੀਵ ਕਾਲ ਅਟਲ ਜੋਤ ਜਿਹੜੀ ਹੈ, ਉਹ ਭਾਈ ਸਾਹਿਬ ਜੀ ਕਹਿੰਦੇ ਨੇ ਉਸ ਜੋਤ ਦੀ ਸਮਝ ਆ ਗਈ। ਉਹ ਜੋਤ ਨਜ਼ਰ ਆਉਣ ਲੱਗ ਪਈ, ਉਹਦੀ ਸੋਝੀ ਪ੍ਰਾਪਤ ਹੋ ਗਈ। ਉਹ ਜੋਤ ਜਿਹੜੀ ਹੈ ਉਹ ਨਜ਼ਰ ਆਉਣ ਲੱਗ ਪਈ, ਹਰ ਪਾਸੇ ਉਸ ਅਕਾਲ ਪੁਰਖ ਦਾ ਨੂਰ ਨਜ਼ਰ ਆਉਣ ਲੱਗ ਪਿਆ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਉਹ ਜੋਤ ਅੰਦਰੋਂ ਨਜ਼ਰ ਆਉਣ ਲੱਗ ਪਈ। ਉਹ ਅਕਾਲ ਪੁਰਖ ਜਿਹੜਾ ਨਜ਼ਰ ਆਉਣ ਲੱਗ ਪਿਆ ਹਰ ਇੱਕ ਦੇ ਅੰਦਰੋਂ। ਸੁਰਤ ਸੰਕੋਚਤ ਹੀ ਸੁਰਤ, ਭਾਈ ਸਾਹਿਬ ਜੀ ਕਹਿੰਦੇ ਨੇ ਜਦੋਂ ਆਪਣੀ ਸੁਰਤ ਨੂੰ, ਆਪਣੀ ਇਸ ਜਿਹੜੀ ਸੋਝੀ ਹੈ ਕਹਿ ਲੋ, ਇਹਨੂੰ ਸੁਰਤ ਨੂੰ ਸੰਸਾਰਕ ਮਾਇਕੀ ਧੰਦਿਆਂ ਵੱਲੋਂ ਸੰਕੋਚਿਆ, ਪਦਾਰਥਾਂ ਵੱਲੋਂ ਸੰਕੋਚਿਆ, ਦੁਨੀਆ ਦੇ ਨਾਦ ਜਿਹੜੇ ਸੀ, ਰਾਗ ਜਿਹੜੇ ਸੀ, ਸੰਗੀਤ ਜਿਹੜੇ ਸੀ, ਸੁਰਤ ਨੂੰ ਉਹਨਾਂ ਵੱਲੋਂ ਸੰਕੋਚ ਲਿਆ। ਤੇ ਭਾਈ ਸਾਹਿਬ ਜੀ ਕਹਿੰਦੇ ਫਿਰ ਕੀ ਹੋਇਆ, ਬੱਜਰ ਕਪਾਟ ਖੋਲ, ਗੁਰੂ ਨੇ ਕਿਰਪਾ ਕੀਤੀ। ਜਦੋਂ ਸੁਰਤ ਨੂੰ ਸੰਸਾਰਕ ਪਦਾਰਥਾਂ ਵੱਲੋਂ ਸੰਕੋਚਦਾ ਹੈ, ਭਾਈ ਸਾਹਿਬ ਜੀ ਕਹਿੰਦੇ ਫਿਰ ਗੁਰੂ ਨੇ ਕਿਰਪਾ ਕੀਤੀ, ਸਿੱਖ ਦੇ ਜਿਹੜੇ ਅੰਦਰੋਂ ਬੱਜਰ ਕਪਾਟ ਖੋਲ, ਅੰਦਰ ਅਗਿਆਨਤਾ ਦਾ ਜਿਹੜਾ ਹਨੇਰਾ ਸੀ ਉਹ ਖਤਮ ਹੋ ਗਿਆ, ਬੱਜਰ ਕਪਾਟ ਖੁੱਲ ਗਏ, ਅਗਿਆਨਤਾ ਦੇ ਜਿਹੜੇ ਪਰਦੇ ਸੀ ਉਹ ਕਿਵਾੜ ਖੁੱਲ ਗਏ। ਤੇ ਭਾਈ ਸਾਹਿਬ ਜੀ ਕਹਿੰਦੇ ਫਿਰ ਖੇਡ ਕੀ ਵਰਤੀ, ਨਾਦ ਬਾਦ ਪਰੈ। ਪਹਿਲਾਂ ਦੁਨਿਆਵੀ ਰੰਗ ਤਮਾਸ਼ੇ, ਦੁਨਿਆਵੀ ਨਾਦ ਸਾਜ਼ ਸੰਗੀਤ ਚੰਗੇ ਲੱਗਦੇ ਸੀ। ਜਦੋਂ ਗੁਰੂ ਨੇ ਬੱਜਰ ਕਪਾਟ ਖੋਲ ਦਿੱਤਾ, ਫਿਰ ਦੁਨਿਆਵੀ ਨਾਦ ਰਾਗ ਸਾਜ਼ ਸੰਗੀਤ ਗੀਤ ਇਹ ਜਿਹੜੇ ਚੰਗੇ ਨਹੀਂ ਲੱਗਦੇ ਹੁਣ, ਕਿਉਂਕਿ ਅੰਦਰ ਅਨਹਦ ਸ਼ਬਦ ਦਾ ਵਾਜਾ ਜਿਹੜਾ ਹੈ ਉਹ ਵੱਜਣ ਲੱਗ ਪਿਆ। ਅਨਹਦ ਨਾਦ ਜਦੋਂ ਵੱਜਣ ਲੱਗ ਪਿਆ, ਭਾਈ ਸਾਹਿਬ ਜੀ ਕਹਿੰਦੇ ਨਾਦ ਬਾਦ ਪਰੈ,
ਸੰਸਾਰਿਕ ਦੁਨਿਆਵੀ ਰਾਗ ਰੰਗਾਂ ਦੀ ਸਰੋਤ ਤੋਂ ਪਰੇ ਹੋ ਗਿਆ, ਮਨ ਉਚਾਟ ਹੋ ਗਿਆ। ਅਨਹਤ ਲਿਵ ਲਾਵਈ, ਭਾਈ ਸਾਹਿਬ ਜੀ ਕਹਿੰਦੇ ਇਹਦਾ ਕਾਰਨ ਸੀ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਸਰੋਤ ਹੈ ਜਿਹੜੀ ਉਹ ਅਨਹਤ ਸ਼ਬਦ ਦੀ ਧੁਨੀ ਵਿੱਚ ਮਸਤ ਹੋ ਗਏ। ਹੁਣ ਇੱਕ ਰਸ ਅਨਹਦ ਨਾਦ ਸੁਣਾਈ ਦਿੰਦਾ ਹੈ, ਇਸ ਕਰਕੇ ਦੁਨਿਆਵੀ ਸੰਗੀਤ, ਦੁਨਿਆਵੀ ਰਾਗ ਨਾਦ ਇਹ ਚੰਗੇ ਨਹੀਂ ਲੱਗਦੇ, ਇਹਨਾਂ ਤੋਂ ਮਨ ਜਿਹੜਾ ਉੱਪਰ ਉੱਠ ਗਿਆ। ਬਚਨ ਵਿਸਿਰਜਤ ਅਨ ਰਸ ਰਹਿਤ ਹੋਏ, ਭਾਈ ਸਾਹਿਬ ਜੀ ਨੇ ਇੱਥੇ ਦੋ ਗੱਲਾਂ ਆਖੀਆਂ। ਜਿਹੜੀ ਮਨੁੱਖੀ ਸਰੀਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਨੂੰ ਜ਼ੁਬਾਨ ਦਿੱਤੀ ਹੈ, ਇਹ ਦੋ ਕੰਮ ਕਰਦੀ ਹੈ। ਵੈਸੇ ਅਕਾਲ ਪੁਰਖ ਦੀ ਖੇਡ ਹੈ, ਅੱਖਾਂ ਦੋ ਨੇ, ਕੰਮ ਇੱਕ ਕਰਦੀਆਂ ਵੇਖਣ ਦਾ, ਕੰਨ ਦੋ ਨੇ, ਕੰਮ ਇੱਕ ਹੀ ਕਰਦੇ ਨੇ ਸੁਣਨ ਦਾ, ਨਾਸਿਕਾ ਦੋ ਨੇ, ਕੰਮ ਇੱਕ ਹੀ ਕਰਦੀਆਂ ਸੁਗੰਧੀ ਲੈਣ ਦਾ। ਪਰ ਅਕਾਲ ਪੁਰਖ ਨੇ ਮੁੱਖ ਦੇ ਵਿੱਚ ਜ਼ੁਬਾਨ ਇੱਕ ਪਾਈ ਹੈ, ਪਰ ਇਹਦੇ ਕੰਮ ਦੋ ਨੇ। ਇੱਕ ਤੇ ਇਹ ਬੋਲਦੀ ਹੈ, ਦੂਸਰਾ ਇਹ ਦੁਨਿਆਵੀ ਜਿਹੜੇ ਖਾਣ ਵਾਲੇ ਪਦਾਰਥ ਨੇ ਉਹਨਾਂ ਦੇ ਰਸ ਨੂੰ ਮਾਣਦੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਤੀਸਰਾ ਵਚਨ ਚੌਥੀ ਪੰਕਤੀ ਹੈ, ਭਾਈ ਸਾਹਿਬ ਜੀ ਕਹਿੰਦੇ ਨੇ ਬਚਨ ਵਿਸਿਰਜਿਤ। ਪਹਿਲੀ ਪੰਕਤੀ ਦੇ ਵਿੱਚ ਤੇ ਗੁਰੂ ਤੇ ਸਿੱਖ ਦੇ ਮਿਲਾਪ ਦੀ ਗੱਲ ਕੀਤੀ, ਉਸ ਤੋਂ ਬਾਅਦ ਤਿੰਨ ਪੰਕਤੀਆਂ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਭਾਈ ਸਾਹਿਬ ਜੀ ਨੇ, ਪਹਿਲੀ ਪੰਕਤੀ ਦੇ ਵਿੱਚ ਅੱਖਾਂ ਦੀ ਗੱਲ ਕੀਤੀ ਹੈ, ਦੂਸਰੀ ਪੰਕਤੀ ਵਿੱਚ ਕੰਨਾਂ ਦੀ ਗੱਲ ਕੀਤੀ ਹੈ, ਤੀਸਰੀ ਪੰਕਤੀ ਜਿਹੜੀ ਹੈ ਉਂਝ ਤਰਤੀਬ ਮਾਰ 11 ਨੰਬਰ ਕਵਿਤ ਦੀ ਚੌਥੀ ਪੰਕਤੀ ਹੈ, ਪਰ ਪਹਿਲੀ ਪੰਕਤੀ ਤੋਂ ਬਾਅਦ ਜਿਹੜੀਆਂ ਇਹ ਤਿੰਨ ਥੱਲੜੀਆਂ ਪੰਕਤੀਆਂ, ਇਹ ਤੀਸਰੀ ਪੰਕਤੀ ਕਵਿਤ ਅਨੁਸਾਰ ਚੌਥੀ ਪੰਕਤੀ। ਉਹਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਇਸ ਜ਼ੁਬਾਨ ਨੇ ਜਦੋਂ ਆਪਣੀਆਂ ਦੁਨਿਆਵੀ ਗੱਲਾਂ ਦਾ ਤਿਆਗ ਕਰ ਦਿੱਤਾ, ਬਚਨ ਵਿਸਿਰਜਿਤ, ਜੀਭਾਂ ਨੇ ਦੁਨਿਆਵੀ ਗੱਲਾਂ ਦਾ ਤਿਆਗ ਕੀਤਾ, ਅਨ ਰਸ ਰਹਿਤ ਹੋਏ ਤੇ ਹੋਰ ਰਸਾਂ ਕਸਾਂ ਦੇ ਜਿਹੜੇ ਸਵਾਦ ਮਾਣਦੀ ਸੀ ਉਹਨਾਂ ਤੋਂ ਜਦੋਂ ਰਹਿਤ ਹੋ ਗਈ, ਅਕਾਲ ਪੁਰਖ ਦੇ ਨਾਮ ਨਾਲ ਜੁੜ ਗਈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਸ ਮਨ ਉਪਜਿਓ ਸਗਲੇ ਦੁਖ ਪਲਾਇਣ। ਰਸਨਾ ਨੂੰ ਆਖਿਆ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਪੱਲੇ ਪਾਏ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਗੁਰੂ ਅਮਰਦਾਸ ਸਾਹਿਬ ਕਹਿੰਦੇ ਰਸਨਾ ਦਾ ਤੇ ਕੰਮ ਹੀ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਜਦੋਂ ਇਹ ਜੀਭਾ ਜਿਹੜੀ ਹੈ ਦੋ ਕੰਮ ਕਰਦੀ ਸੀ, ਇੱਕ ਤੇ ਦੁਨਿਆਵੀ ਗੱਲਾਂ ਦੇ ਵਿੱਚ ਰੁੱਝੀ ਰਹਿੰਦੀ ਸੀ, ਦੂਸਰਾ ਰਸਾਂ ਕਸਾਂ ਦੇ ਵਿੱਚ ਗਲਤਾਨ ਰਹਿੰਦੀ ਸੀ। ਭਾਈ ਸਾਹਿਬ ਜੀ ਕਹਿੰਦੇ ਦੁਨਿਆਵੀ ਗੱਲਾਂ ਦਾ ਤਿਆਗ ਕੀਤਾ, ਰਸਾਂ ਕਸਾਂ ਦਾ ਤਿਆਗ ਕਰ ਦਿੱਤਾ, ਫਿਰ ਕੇ ਖੇਡ ਵਰਤੀ ਨਿਝਾਰ ਅਪਾਰ ਧਾਰ, ਜਿਹੜੀ ਇੱਕ ਰਸ ਪਰਮਾਤਮਾ ਦੇ ਨਾਮ ਰਸ ਦੀ ਅਤੁੱਟ ਧਾਰਾ ਸੀ, ਅੰਮ੍ਰਿਤ ਰਸ ਦੀ ਜਿਹੜੀ ਧਾਰਾ ਸੀ ਉਹਦੀ ਪ੍ਰਾਪਤੀ ਹੋਈ। ਭਾਈ ਸਾਹਿਬ ਜੀ ਕਹਿੰਦੇ ਅਪਿਓ ਪੀ ਆਵਈ, ਅਪਿਓ ਦਾ ਅਰਥ ਹੈ ਇੱਕ ਰਸ ਜਿਹੜੀ ਧਾਰਾ ਸੀ ਉਹਦਾ ਰਸ ਮਿਲਣਾ ਸ਼ੁਰੂ ਹੋ ਗਿਆ। ਭਾਈ ਸਾਹਿਬ ਜੀ ਕਹਿੰਦੇ ਰਸ ਜੀਭਾ ਜਿਹੜੀ ਹੈ ਇੱਕ ਰਸ ਅਤੁੱਟ ਅੰਮ੍ਰਿਤ ਧਾਰਾ ਜਿਹੜੀ ਹੈ ਉਹਦੇ ਰਸ ਨੂੰ ਮਾਣਦੀ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਸਿੱਖ ਦੇ ਜੀਵਨ ਵਿੱਚ ਇੱਕ ਤਬਦੀਲੀ ਆਈ ਕਿ ਨੇਤਰ ਦੁਨਿਆਵੀ ਜਿਹੜੇ ਰੰਗ ਤਮਾਸ਼ੇ ਨੇ ਉਹਨਾਂ ਨੂੰ ਛੱਡ ਕੇ ਦਿਵ ਦ੍ਰਿਸ਼ਟੀ ਦੁਆਰਾ ਇੱਕ ਅਕਾਲ ਪੁਰਖ ਨੂੰ ਦੇਖਣ ਲੱਗ ਪਿਆ। ਕੰਨ ਦੁਨਿਆਵੀ ਜਿਹੜੇ ਰਾਗ ਨਾਦ ਸਾਜ਼ ਉਹਨਾਂ ਨੂੰ ਸੁਣਨਾ ਛੱਡ ਕੇ ਭਾਈ ਸਾਹਿਬ ਜੀ ਕਹਿੰਦੇ ਨੇ ਅਨਹਤ ਨਾਦ ਦੇ ਵਿੱਚ ਜੁੜ ਗਏ। ਤੇ ਜੀਭਾਂ ਨੇ ਜਦੋਂ ਗੱਲਾਂ ਦਾ ਦੁਨਿਆਵੀ ਗੱਲਾਂ ਬਾਤਾਂ ਤੇ ਰਸਾਂ ਕਸਾਂ ਦਾ ਤਿਆਗ ਕੀਤਾ, ਇੱਕ ਰਸ ਅਕਾਲ ਪੁਰਖ ਦੇ ਨਾਮ ਦੀ ਜਿਹੜੀ ਧਾਰਾ ਸੀ, ਰਸਮਈ ਧਾਰਾ ਸੀ ਜਾਂ ਰਸ ਸੀ, ਉਹਨੂੰ ਚੱਖਣਾ ਸ਼ੁਰੂ ਕਰ ਦਿੱਤਾ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਦੇ ਨਾਲ ਮਿਲਾਪ ਹੋਇਆ, ਇਹ ਤਬਦੀਲੀ ਆਈ ਜੀਵਨ ਦੇ ਵਿੱਚ ਕਿ ਮਨ ਸੰਸਾਰਕ ਝਮੇਲਿਆਂ ਤੋਂ ਉੱਪਰ ਉੱਠ ਕੇ ਅਕਾਲ ਪੁਰਖ ਦੇ ਉਸ ਸੱਚਖੰਡ ਦਾ ਵਾਸੀ ਬਣ ਗਿਆ, ਦਸਮ ਦਵਾਰ ਦੇ ਵਿੱਚ ਟਿਕਾ ਮਿਲ ਗਿਆ, ਉਸ ਨਿੱਜ ਘਰ ਦੇ ਵਿੱਚ ਇਹ ਮਨ ਜਿਹੜਾ ਜਾ ਕੇ ਟਿਕ ਗਿਆ। ਸੋ ਭਾਈ ਸਾਹਿਬ ਜੀ ਕਹਿੰਦੇ ਗੁਰ ਸਿੱਖ ਸੰਧ ਮਿਲੇ, ਗੁਰੂ ਤੇ ਸਿੱਖ ਦਾ ਜਦੋਂ ਮਿਲਾਪ ਹੋਇਆ, 20 ਇੱਕ ਈਸ 20 ਵਿਸ਼ੇ ਸੰਸਾਰ ਨੂੰ ਲੰਘ ਕੇ ਇੱਕ ਈਸ਼ਵਰ ਦਾ ਰੂਪ ਹੋ ਗਿਆ। ਇਤ ਤੇ ਉਲੰਘ ਇਸ ਤ੍ਰੈਗੁਣੀ ਸੰਸਾਰ ਨੂੰ ਲੰਘ ਕੇ ਭਾਈ ਸਾਹਿਬ ਜੀ ਕਹਿੰਦੇ ਉੱਤ ਜਾਏ ਠਹਿਰਾਈ, ਉਹ ਉੱਥੇ ਆਪਣੇ ਨਿੱਜ ਘਰ ਦੇ ਵਿੱਚ ਜਾਂ ਦਸਮ ਦਵਾਰ ਕਹਿ ਲੋ, ਸੱਚਖੰਡ ਕਹਿ ਲੋ, ਨਿੱਜ ਘਰ ਕਹਿ ਲੋ, ਉੱਥੇ ਜਾ ਕੇ ਟਿਕ ਗਿਆ ਤੇ ਅਕਾਲ ਪੁਰਖ ਦੇ ਰਸ ਨੂੰ ਮਾਣਦਾ ਹੈ। ਸੋ ਇਸ 11 ਨੰਬਰ ਕਵਿਤ ਦੇ ਵਿੱਚ ਭਾਈ ਸਾਹਿਬ ਜੀ ਨੇ ਗੁਰੂ ਤੇ ਸਿੱਖ ਦੇ ਮਿਲਾਪ ਨਾਲ ਜਿਹੜੀ ਤਬਦੀਲੀ ਆਉਂਦੀ ਹੈ
ਉਹਦਾ ਜ਼ਿਕਰ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।